ਅੱਜ ਅਸੀਂ ਆਪਣੇ ਦਰਸ਼ਕਾਂ ਦੇ ਰੂਬਰੂ ਸਿੱਖ ਸੰਸਾਰ ਦੀਆਂ ਪੰਜਾਬੀਅਤ ਨਾਲ ਬਣਾਈਆਂ ਹੋਈਆਂ ਦੋ ਮਹਾਨ ਸ਼ਖਸੀਅਤਾਂ ਨੂੰ ਪੇਸ਼ ਕਰ ਰਹੇ ਹਾਂ। ਮੇਰੇ ਨਾਲ ਬੈਠੇ ਹਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਜੀ ਦੇ ਹੋਣਹਾਰ ਬੇਟੇ ਸਰਦਾਰ ਜੋਗਿੰਦਰ ਸਿੰਘ ਜੋਲ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸਿੱਖੀ ਲਈ, ਪੰਜਾਬ ਔਰ ਪੰਜਾਬੀਅਤ ਲਈ ਸਮਰਪਿਤ ਕੀਤਾ ਹੋਇਆ ਹੈ ਅਤੇ ਪੰਜਾਬ ਤੋਂ ਬਾਹਰ ਰਹਿ ਕੇ ਵੀ ਪੱਛਮੀ ਬੰਗਾਲ ਵਿੱਚ, ਝਾਰਖੰਡ ਵਿੱਚ, ਹੋਰ ਸਟੇਟਾਂ ਵਿੱਚ ਵੀ ਜੋ ਸਿੱਖ ਵਸਦੇ ਹਨ ਉਹਨਾਂ ਦੀ ਰਹਿਨੁਮਾਈ ਕਰਕੇ ਉਹਨਾਂ ਨੂੰ ਸਿੱਖੀ ਨਾਲ ਜੋੜ ਕੇ ਪੰਜਾਬੀ ਦੇ ਔਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰੋਗਰਾਮਾਂ ਨੂੰ ਲਗਾਤਾਰ ਇਹਨਾਂ ਨੇ ਜਾਰੀ ਰੱਖਿਆ ਹੋਇਆ ਹੈ। ਉਹਨਾਂ ਦੇ ਨਾਲ ਬੈਠੇ ਹਨ ਸੰਸਾਰ ਪ੍ਰਸਿੱਧ ਪੰਜਾਬੀ ਜਗਤ ਦੇ ਮਹਾਨ ਪੱਤਰਕਾਰ ਸਰਦਾਰ ਬਚਨ ਸਿੰਘ ਸਰਲ, ਜਿਨ੍ਹਾਂ ਨੇ ਅੱਧੀ ਸਦੀ ਤੋਂ ਵੀ ਜ਼ਿਆਦਾ ਸਮਾਂ ਪੰਜਾਬੀ ਪੱਤਰਕਾਰੀ ਲਈ, ਪੰਜਾਬ ਔਰ ਪੰਜਾਬੀ ਦੇ ਪ੍ਰਚਾਰ ਲਈ ਇਹਨਾਂ ਨੇ ਜੋ ਕੰਮ ਕੀਤਾ ਹੈ ਉਹ ਇੱਕ ਨਵਾਂ ਇਤਿਹਾਸ ਸਿਰਜਿਆ ਹੈ। ਸਰਦਾਰ ਸਰਲ ਜੀ ਨੇ ਹਰ ਪੰਥਕ ਸੰਗਰਾਮ ਵਿੱਚ, ਹਰ ਪ੍ਰੋਗਰਾਮ ਵਿੱਚ ਔਰ ਖਾਸ ਕਰਕੇ ਬੰਗਲਾਦੇਸ਼ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜੋ ਸੇਵਾਵਾਂ ਕੀਤੀਆਂ ਹਨ ਉਹ ਆਪਣੇ ਆਪ ਹੀ ਆਪਣੇ ਮੂੰਹੋਂ ਦੱਸਣਗੇ। ਔਰ ਮੈਂ ਸਰਲ ਸਾਹਿਬ ਨੂੰ ਕਹਾਂਗਾ ਕਿ ਉਹ ਸਾਡੇ ਦਰਸ਼ਕਾਂ ਨੂੰ ਇੱਕ ਤਾਂ ਜੋਲ ਸਾਹਿਬ ਨਾਲ ਜਾਣ ਪਛਾਣ ਕਰਾਉਣ ਕਿ ਕਿਸ ਤਰ੍ਹਾਂ ਦੀਆਂ ਸਰਗਰਮੀਆਂ ਪੰਜਾਬ ਤੋਂ ਬਾਹਰ ਖਾਸ ਕਰਕੇ ਪੱਛਮੀ ਬੰਗਾਲ, ਝਾਰਖੰਡ, ਬਿਹਾਰ ਵਿੱਚ ਆਪਣਾ ਚੱਲ ਰਹੀਆਂ ਹਨ, ਜਿਨ੍ਹਾਂ ਨਾਲ ਸਾਰੇ ਪੰਥ ਨੂੰ ਇਹ ਮਾਣ ਔਰ ਫਖਰ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖ ਸਾਡੇ ਨਾਲੋਂ ਵੀ ਕਿਤੇ ਵੱਡੀ ਸ਼ਿੱਦਤ ਦੇ ਨਾਲ ਆਪਣੀ ਪਿਆਰੀ ਕੌਮ ਦੀ ਸੇਵਾ ਕਰ ਰਹੇ ਹਨ। ਸਰਦਾਰ ਬਚਨ ਸਿੰਘ ਸਰਲ ਜੀ। ਧੰਨਵਾਦ ਨਰਜੀ ਜੀ, ਤੁਸੀਂ ਮੈਨੂੰ ਐਸੀ ਜ਼ਿੰਮੇਵਾਰੀ ਦਿੱਤੀ ਵੀ ਇੱਕ ਐਸੀ ਮਹਾਨ ਸ਼ਖਸੀਅਤ ਨੂੰ ਮੈਂ ਇੰਟਰੋਡਿਊਸ ਕਰਾਵਾਂ। ਮੈਂ ਸਮਝਦਾ ਵੀ ਮੈਂ ਉਹਨਾਂ ਨਹੀਂ ਜਾਣਦਾ ਜਿੰਨਾ ਇਹ ਪਬਲਿਕ ਇਹਨਾਂ ਨੂੰ ਹੁਣ ਸੇਵਾ ਦੇ ਤੌਰ ਤੇ ਜਾਣਨ ਲੱਗ ਪਈ ਹੈ। ਮੈਨੂੰ ਇਹਨਾਂ ਦੇ ਪਿਤਾ ਜੀ ਦੇ ਨਾਲ ਕਾਫੀ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਸੀਗਾ ਔਰ ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਿਆ, ਸਮਝਿਆ ਕਿਸ ਤਰ੍ਹਾਂ ਉਹਨਾਂ ਨੂੰ ਸੇਵਾ ਲੱਗੀ। ਸੇਵਾ ਰਾਜਨੀਤਿਕ ਸਹੀ, ਲੇਕਿਨ ਰਾਜਨੀਤੀ ਦੇ ਤੌਰ ਦੇ ਦੂਸਰੇ ਪਾਸੇ ਉਹ ਧਾਰਮਿਕ ਵੀ ਸਨ ਉਹਨਾਂ ਨੂੰ। ਮੈਂ ਇੱਕ ਸੰਖੇਪ 'ਚ ਗੱਲ ਕਰਾਂ ਵੀ ਉਹ ਕਲਕੱਤੇ ਇੱਕ ਵਾਰ ਗਏ ਅਤੇ ਉੱਥੇ ਮੈਂ ਉਹਨਾਂ ਨਾਲ ਜਾ ਰਿਹਾ ਸੀ। ਸ਼ਾਮ ਨੂੰ ਇੱਕ ਫੰਕਸ਼ਨ ਸੀਗਾ ਅਤੇ ਉਹ ਰਾਹ 'ਚ ਜਰਾ ਟ੍ਰੈਫਿਕ ਜਾਮ ਵਾਲੀ ਟਾਈਮ ਥੋੜ੍ਹਾ ਲੱਗਣਾ ਸੀ। ਮੈਨੂੰ ਕਹਿੰਦੇ ਸਰਲ ਸਾਹਿਬ ਕਿੰਨਾ ਕੁ ਟਾਈਮ ਲੱਗੇਗਾ ਜਾਣ ਲੱਗਿਆ? ਮੈਂ ਕਿਹਾ ਜੀ 15-20 ਮਿੰਟ, ਅੱਧਾ ਘੰਟਾ ਲੱਗ ਹੀ ਜਾਣਾ, ਜੇ ਜਾਮ ਪੈ ਗਿਆ ਥੋੜ੍ਹਾ ਹੋਰ ਟਾਈਮ ਲੱਗ ਜਾਏਗਾ। ਕਹਿੰਦੇ ਫਿਰ ਮੈਂ ਹੁਣ ਰਹਿ ਰਾਸ ਦਾ ਟਾਈਮ ਹੋ ਗਿਆ ਅਤੇ ਮੈਂ ਪਾਠ ਕਰ ਲਵਾਂ। ਮੈਂ ਦੇਖੋ ਚੌਂਕੜਾ ਮਾਰਿਆ ਸੀਟ 'ਤੇ, ਪਾਠ ਕਰਨ ਲੱਗ ਪਏ। ਮੇਰੇ ਦਿਮਾਗ 'ਚ ਆ ਵੀ ਅੱਜ ਪਹਿਲਾਂ ਮੈਂ ਇੱਕ ਰਾਜਨੀਤਿਕ ਨੂੰ ਵੇਖ ਲਿਆ ਜਾਂ ਧਰਮ ਨਾਲ ਇੰਨਾ ਵੱਧਾ ਉਹਨੂੰ ਵੀ ਉਹ ਮਿਸ ਨਹੀਂ ਕਰਨਾ ਚਾਹੁੰਦਾ ਭਾਵੇਂ ਕਿੰਨੀ ਵੀ ਮੈਂ ਜਿਹੜਾ ਮੇਰਾ ਨਿਤਨੇਮ ਹੈ ਪਾਠ ਦਾ, ਮੈਂ ਪਾਠ ਕਰਦਾ। ਸਰਦਾਰ ਦਰਬਾਰਾ ਸਿੰਘ ਤਿਆਰ ਬਰ ਤਿਆਰ ਵੀ ਸਰ ਬਿਲਕੁਲ ਤਿਆਰ ਬਰ ਤਿਆਰ ਉਹਨਾਂ ਨੂੰ ਦੇਖਿਆ। ਉਹੀ ਅੱਜ ਤਸਵੀਰ ਮੈਂ ਇਹਨਾਂ 'ਚ ਵੇਖ ਰਿਹਾ, ਉਹਨਾਂ ਦੇ ਰੂਪ ਇਹਨਾਂ 'ਚ ਵੇਖ ਰਿਹਾ। ਮੈਂ ਜਿਸ ਸੁਭਾਅ ਦੇ ਸਾਨੂੰ, ਜਿਸ ਲਗਨ ਨਾਲ ਕੰਮ ਕਰਦੇ, ਪਿਛਲੇ ਅਸੀਂ ਕਈਆਂ ਸੰਤਾਂ ਨੂੰ ਮਿਲੇ ਆ, ਉਹਨਾਂ ਨੇ ਵੀ ਦੱਸਿਆ ਵੀ ਇੰਨੀ ਸੇਵਾ ਸਰਦਾਰ ਦਰਬਾਰਾ ਸਿੰਘ ਜੀ ਸਰ ਕਰ ਗਏ ਕੌਮ ਦੀ। ਜਿੱਥੇ ਵੀ ਲੋੜ ਪਈ ਹੈ ਉੱਥੇ ਉਹਨਾਂ ਨੇ ਸੇਵਾ ਨਿਭਾਈ ਹੈ ਅਤੇ ਉਹਨਾਂ ਦੀ ਅੱਜ ਤਸਵੀਰ ਮੈਂ ਇਹਨਾਂ 'ਚ ਵੇਖ ਰਿਹਾ, ਜਿਹੜੇ ਇੱਕ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਅਪਣਾਏ ਹੋਏ ਹਨ। ਦੂਸਰਾ ਜਿਹੜੇ ਸ਼ਹੀਦ ਹੋਏ ਹਨ ਦੇਸ਼ ਲਈ, ਇਹ ਕਹਿੰਦੇ ਵੀ ਮੈਂ ਉਹਨਾਂ ਦੇ ਫਰੀਡਮ ਫਾਈਟਰ ਦਾ ਪਰਿਵਾਰ 'ਚ ਅਤੇ ਜਿਹੜੇ ਆਜ਼ਾਦੀ ਸੰਗਰਾਮੀ ਰਹੇ ਹੈ ਉਹਨਾਂ ਪਰਿਵਾਰਾਂ ਪ੍ਰਤੀ ਇਹਨਾਂ ਦੀ ਹਮਦਰਦੀ ਹੈ। ਅਤੇ ਇਹੋ ਹੀ ਜਿਹੜਾ ਜਿਹਾ ਆਪਣਾ ਕਾਮਾਗਾਟਾ ਮਾਰੂ ਦਾ 100 ਸਾਲ ਹੋ ਗਏ ਇਸ ਘਟਨਾ ਨੂੰ, ਇਸ ਸਾਕੇ ਨੂੰ, ਲੇਕਿਨ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਸੀ ਇਸ ਦਾ। ਇਹਨਾਂ ਨੇ ਇੱਕ ਬੀੜਾ ਚੁੱਕਿਆ। ਅੱਜ ਬੀੜੇ ਦੀ ਸਫਲਤਾ ਇੰਨੀ ਹੋਈ ਹੈ ਵੀ ਜਿਹੜੇ ਲਗਨ ਨਾਲ ਕੰਮ ਚੱਲੇ ਆ ਉਹ ਆਪ ਹੀ ਬਿਆਨ ਕਰਨਗੇ, ਮੈਂ ਦੱਸਾਂਗਾ, ਤੁਸੀਂ ਇਹਨਾਂ ਨੂੰ ਪੁੱਛੋ ਵੀ ਤੁਹਾਨੂੰ ਦੱਸਣਗੇ। ਪਰ ਇਹਨਾਂ ਨੇ, ਮੈਂ ਇਹ ਮਹਿਸੂਸ ਕੀਤਾ ਜੋ ਇਹਨਾਂ ਨੇ ਬੀੜਾ ਚੁੱਕਿਆ, ਜਿਹੜਾ ਕਦਮ ਇਹਨਾਂ ਚੁੱਕਿਆ, ਅੱਜ ਉਹਦੇ ਨਾਲ ਸਾਰੇ ਸੰਸਾਰ ਦੇ ਅੰਦਰ ਕਾਮਾਗਾਟਾ ਮਾਰੂ ਦੀ ਚਰਚਾ ਹੋਈ ਆ। ਤਾਂ ਮੈਂ ਸਮਝਦਾ ਇਹਨਾਂ ਦੀ ਬੜੀ ਵੱਡੀ ਦੇਣ ਹੈ ਔਰ ਦੇਣ ਇਸ ਤਰ੍ਹਾਂ ਹੈ ਵੀ ਇਹ ਆਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਕੇ ਪੰਥ ਦੀ, ਦੇਸ਼ ਦੀ ਕੌਮ ਸੇਵਾ ਕਰਨਾ ਚਾਹੁੰਦੇ ਆ। ਹੁਣ ਤੁਸੀਂ ਮਤਲਬ ਜੋ ਪੁੱਛਣਾ ਚਾਹੋ ਇਹਨਾਂ ਨੂੰ ਪੁੱਛੋ। ਹੈ ਜੋਲ ਸਾਹਿਬ ਬਾਰੇ ਤਾਂ ਸਰਲ ਸਾਹਿਬ ਨੇ ਦੱਸਿਆ ਹੈ, ਸਾਡੇ ਦਰਸ਼ਕਾਂ ਨੂੰ ਹੈਰਾਨੀ ਵੀ ਹੋਵੇਗੀ ਕਿ ਸਰਦਾਰ ਦਰਬਾਰਾ ਸਿੰਘ ਇੱਕ ਪੂਰਨ ਗੁਰਸਿੱਖ, ਤਿਆਰ ਬਰ ਤਿਆਰ ਸੱਚੇ ਸਿੱਖ ਇਹ ਪੰਜਾਬ ਦੇ ਮੁੱਖ ਮੰਤਰੀ ਰਹੇ ਹੈ। ਔਰ ਕਿਤਨੀ
ਖੁਸ਼ੀ ਵਾਲੀ ਗੱਲ ਹੈ ਕਿ ਆਪਣੇ ਪਿਤਾ ਦੀ ਉਸ ਕਮਾਲ ਦੀ ਵਿਰਾਸਤ ਨੂੰ ਸਰਦਾਰ ਜੋਗਿੰਦਰ ਸਿੰਘ ਜੋਲ ਨੇ ਸੰਭਾਲ ਕੇ ਰੱਖਿਆ ਔਰ ਵੰਡਿਆ ਵੀ ਹੈ। ਇਹ ਕਾਮਾਗਾਟਾ ਮਾਰੂ ਜਹਾਜ਼ ਦਾ ਜੋ ਸਾਕਾ ਹੋਇਆ ਸੀ, ਉਸ ਸਾਕੇ ਦੀ ਘਟਨਾ ਨੂੰ ਇਤਨੇ ਸ਼ਾਨਦਾਰ ਢੰਗ ਦੇ ਨਾਲ ਇਹਨਾਂ ਨੇ ਭਾਰਤ ਸਰਕਾਰ ਔਰ ਪੰਜਾਬੀ ਯੂਨੀਵਰਸਿਟੀ ਨੂੰ ਪ੍ਰੇਰਨਾ ਕਰਕੇ ਇਹ ਜੋ ਇਹਨਾਂ ਨੇ ਇੱਕ ਪਲੇ ਤਿਆਰ ਕਰਵਾਇਆ ਹੈ, ਅਸੀਂ ਚੜ੍ਹਦੀ ਕਲਾ ਟਾਈਮ ਟੀਵੀ ਉੱਤੇ ਬਹੁਤ ਜਲਦੀ ਉਹ ਦਿਖਾਉਣ ਵੀ ਜਾ ਰਹੇ ਹਾਂ, ਕਿਉਂਕਿ ਉਹ ਜੋ ਵੀ ਉਸ ਕਾਮਾਗਾਟੂ ਮਾਰੂ ਦੀ ਕਹਾਣੀ ਨੂੰ ਦੇਖੇਗਾ ਔਰ ਚੜ੍ਹਦੀ ਕਲਾ ਟਾਈਮ ਟੀਵੀ ਤੇ ਸੁਣੇਗਾ, ਮੇਰਾ ਇਹ ਵਿਸ਼ਵਾਸ ਹੈ ਕਿ ਉਸ ਵਿੱਚ ਸਿੱਖੀ ਦਾ ਜਜ਼ਬਾ, ਸਿੱਖੀ ਦੀ ਸ਼ਰਧਾ ਔਰ ਦੇਸ਼ ਭਗਤੀ ਦਾ ਜਜ਼ਬਾ ਵੀ ਜ਼ਰੂਰ ਪੈਦਾ ਹੋਵੇਗਾ। तो जोल साहब तुसी ये इतना बड़ा कारनामा ਕਰਨ ਚ किस तरह कामयाब होए? जिस टाइम संगत ने ड्यूटी लाई, सल साहब दा ने उत्थे मीटिंग की, उन्होंने कहा भी इस तरह होना चाहिए, एक आदमी वो लियाओ जिहड़ा मेहनत करके और पैसा खर्च करके मतलब उन्होंने प्रॉब्लम ना होए, हर तरह सुख शांति रहे, तो वो सेवा करे। इन्होंने मैनू प्रेजिडेंट बनाया, उसके बाद तो असी काम शुरू किया, चिट्ठी पत्र शुरू कर दिता गवर्नमेंट ऑफ इंडिया ना। जो गवर्नमेंट ऑफ इंडिया ना कर रहे सी तो वो सानू काफ़ी दिक्कत आई, क्योंकि गवर्नमेंट के अपने कई बाई लॉज है। असी कामागाटा मारू दे लई जिथे कि शहीदों की जगह आ वो बहुत छोटी आ, वो हार्डली मेरे ख्याल 500-600 फुट की असी इस वेले है। वो पंडित जवाहर लाल नेहरू ने 1952 उन्होंने ओपनिंग की थी। बाबा गुरदत्त सिंह उस वेले जींदे सी, उन्होंने नाल सीगे, उन्होंने उत्थे एक दरख्त भी लाया अपने हत्थां नाल। वेरी गुड। तां ਉਹ ਤੋਂ ਜਦੋਂ ਇਹਨਾਂ ਨੇ ਇਹ ਸ਼ੁਰੂ ਕਿ ਗੁਰਦੁਆਰਾ ਸਾਹਿਬ ਤਾਂ ਅਸੀਂ ਜਾਂਦੇ ਸੀ, ਕਿਉਂਕਿ ਮੇਰਾ ਉਧਰ ਇੱਕ ਦਫ਼ਤਰ ਵੀ ਆ ਉਸ ਸਾਈਡ ਤੇ, ਤਾਂ ਅਸੀਂ ਹਰ ਸਾਲ ਹਰ ਮਹੀਨੇ ਉੱਥੇ ਪਾਠ ਕਰਾਉਂਦੇ ਰਹੇ ਆ ਤਾਂ ਕਿ ਗੁਰਦੁਆਰਾ ਸਾਹਿਬ ਦੀ ਇਨਕਮ ਵੀ ਹੋਵੇ। ਹੁਣ ਤੁਹਾਨੂੰ ਮੈਂ ਹੋਰ ਦੱਸਦਾ ਕਿ ਵਾਈਸ ਚਾਂਸਲਰ ਸਾਹਿਬ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 50,000 ਰੁਪਇਆ ਉਸ ਗੁਰਦੁਆਰਾ ਸਾਹਿਬ ਨੂੰ ਦਿੱਤਾ ਗਿਆ ਉਹਨਾਂ, ਕਿਉਂਕਿ ਉੱਥੇ ਬੜੀ ਸੰਗਤ ਬੜ ਘਟ ਜਾਂਦੀ ਹੈ, ਤੇ ਇਸ ਕਰਕੇ ਅਸੀਂ ਜਦੋਂ ਇਹ ਕਹਿੰਦੇ ਮੈਂ ਗਵਰਨਮੈਂਟ ਨਾਲ ਜਦੋਂ ਕਨੈਕਸ਼ਨ ਹੋਇਆ ਤਾਂ 29 ਸਤੰਬਰ ਨੂੰ ਇੱਕ ਮੀਟਿੰਗ ਸੀ, ਪਹਿਲਾਂ 8 ਜੁਲਾਈ ਨੂੰ ਹੋਈ ਸ਼ਾਸਤਰੀ ਨਗਰ 'ਚ ਸ਼ਾਸਤਰੀ ਭਵਨ, ਔਰ ਉਹਦੇ ਵਿੱਚ ਮਿਨਿਸਟਰ ਇੰਚਾਰਜ ਸੀਗੇ ਉਹ ਸਟੇਟ ਮਿਨਿਸਟਰ ਆਫ ਕਲਚਰਲ ਅਫੇਅਰਸ। ਤਾਂ ਉਹਨਾਂ ਨੇ ਅਸੀਂ 5 ਡਿਮਾਂਡ ਆਪਣੀਆਂ ਰੱਖੀਆਂ। ਇੱਕ ਤਾਂ ਜਿੱਥੇ ਰੋਡ ਆ ਉੱਥੇ ਇੱਕ ਗੇਟ ਬਣਨਾ ਚਾਹੀਦਾ, ਔਰ ਇੱਕ ਜਿਹੜਾ ਉੱਥੇ ਕੋਈ ਰੇਲਵੇ ਲਾਈਨ ਜਾਂਦੀ ਜਿੱਥੇ ਕਿ ਟ੍ਰੇਨ ਖੜੀ ਸੀ ਲੋਕਾਂ ਨੂੰ ਲੈ ਜਾਣ ਲਈ, ਉਸ ਜਗ੍ਹਾ 'ਤੇ ਓਵਰਬ੍ਰਿਜ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ ਅੰਦਰ ਜਾਣ ਲਈ, ਔਰ ਇੱਕ ਬੜਾ ਐਡੀਟੋਰੀਅਮ ਬਣੇ ਉੱਥੇ ਔਰ ਹਾਲ ਬਣੇ ਜਿੱਥੇ ਕਿ ਫੰਕਸ਼ਨ ਹੋ ਸਕਣ। ਤਾਂ ਉਹਦੇ ਬਾਅਦ ਇੱਕ ਕੈਲਕਟਾ ਵਿੱਚ ਛੋਟਾ ਬਣੇ ਚੀਜ਼ ਕੋਈ ਵੀ ਜਿਹੜੀ ਕਿ 150-200 ਫੁੱਟ ਦੇ ਵਿੱਚ ਮਿਊਨਿਸਪੈਲਿਟੀ ਤੋਂ ਜਾਂ ਗਵਰਨਮੈਂਟ ਆਫ ਬੰਗਾਲ ਤੋਂ ਅਸੀਂ ਲਵਾਂਗੇ, ਉਹਦੇ ਵਿੱਚ ਬਣਾਵਾਂਗੇ ਤਾਂ ਕਿ ਲੋਕੀ ਜਿਹੜੇ ਉੱਧਰ ਜਾ ਨਹੀਂ ਸਕਦੇ, ਉੱਧਰੋਂ ਹਜ਼ਾਰਾਂ ਗੱਡੀਆਂ ਨਿਕਲਦੀਆਂ, ਉਹ ਦੇਖਣ ਕਿ ਕਾਮਾਗਾਟਾ ਮਾਰੂ ਕੀ ਚੀਜ਼ ਆ। ਔਰ ਬੰਗਾਲੀਆਂ ਨੂੰ ਕਾਫੀ ਸ਼ੌਕ ਵੀ ਆ ਪੜ੍ਹਨ ਦਾ, ਉਹ ਪੜ੍ਹਦੇ ਆ, ਉਹਨਾਂ ਨੂੰ ਸਾਡੇ ਨਾਲੋਂ ਪੰਜਾਬੀਆਂ ਨਾਲੋਂ ਉਹਨਾਂ ਨੂੰ ਜ਼ਿਆਦਾ ਨੌਲੇਜ ਆ। ਹੁਣ ਤਾਂ ਪੰਜਾਬ 'ਚ ਜਾਗਰਤ ਹੋ ਰਹੀ ਹੈ, ਕਿਉਂਕਿ ਹੁਣ ਤੁਸੀਂ ਤੁਹਾਡੀ ਕਿਰਪਾ ਹੋਈ ਹੈ, ਤੁਸੀਂ ਉਹਨੂੰ ਪੂਰਾ ਟੈਲੀਕਾਸਟ ਕਰ ਰਹੇ ਹੋ, ਤਾਂ ਉਹਦੇ ਨਾਲ ਲੋਕਾਂ ਨੂੰ ਪੰਜਾਬ 'ਚ ਵੀ ਹੁਣ ਇਸ ਚੀਜ਼ ਦੀ ਜਾਗਰਤਾ ਆ ਰਹੀ ਹੈ ਕਿ ਕਾਮਾਗਾਟਾ ਮਾਰੂ ਦੇ ਜਿਹੜੇ ਹੈਗੀ ਆ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੇ ਨਹੀਂ ਪੁੱਛਿਆ। ਔਰ ਇੱਕ ਅਸੀਂ ਇਹਨਾਂ ਨੂੰ ਕਿਹਾ ਸੀ ਭਈ ਉਹ ਉਸ ਵੇਲੇ ਭਈ ਅਸੀਂ ਸੈਮੀਨਾਰ ਕਰਾਂਗੇ, ਤਾਂ ਉਹ ਕਹਿੰਦੇ ਸੈਮੀਨਾਰ ਦੇ ਤੁਹਾਨੂੰ ਕੀ ਹੈ ਜੀ 3 ਲੱਖ ਰੁਪਏ ਦੇਵਾਂਗੇ ਤੁਹਾਨੂੰ, ਬਾਕੀ ਤੁਸੀਂ ਆਪ ਖਰਚ ਕਰ ਲਿਓ। ਅਸੀਂ ਆਪ ਹੀ ਖਰਚ ਕਰ ਰਹੇ ਹਾਂ ਜੀ। ਸੈਮੀਨਾਰ ਅਸੀਂ ਹੁਣ ਜੁਲਾਈ 'ਚ ਕਰਾਂਗੇ, ਜਿਹਦੇ 'ਚ ਸਾਰੇ ਸਕਾਲਰ ਬੁਲਾਵਾਂਗੇ ਔਰ ਉਹਨਾਂ ਨੂੰ ਪ੍ਰੋਗਰਾਮ ਮੇਰੇ ਖਿਆਲ 'ਚ 2 ਦਿਨ ਦਾ ਹੋ ਜਾਏਗਾ ਜਾਂ 1 ਦਿਨ ਹੋ ਜਾਏਗਾ। ਤਾਂ ਹੁਣ ਅਸੀਂ ਜਿਹੜੀ ਪੋਰਟ ਟਰਸਟ ਦੀ ਲੈਂਡ ਹੈ ਜੀ, ਉਹ ਪੋਰਟ ਟਰਸਟ ਨੇ ਕਿਹਾ 2014 'ਚ ਇੱਕ ਲਾਅ ਪਾਸ ਹੋ ਗਿਆ ਕਿ ਪੋਰਟ ਟਰਸਟ ਦਾ ਜਿਹੜਾ ਚੇਅਰਮੈਨ ਆ ਉਹ ਕਿਸੇ ਨੂੰ ਜ਼ਮੀਨ ਅਲਾਟ ਨਹੀਂ ਕਰ ਸਕਦਾ। ਉਹ ਕਹਿੰਦੇ ਕਮਰਸ਼ੀਅਲ ਲੈ ਲਓ ਤੁਸੀਂ, ਕਮਰਸ਼ੀਅਲ ਦਾ 2.5 ਲੱਖ ਰੁਪਏ ਸਾਤੋਂ ਮੰਗਦੇ ਸੀ। ਅਸੀਂ ਕਿਹਾ ਕਮਰਸ਼ੀਅਲ ਤਾਂ ਅਸੀਂ ਪੈਸੇ ਇੰਨਾ ਟਰਸਟ ਪੈਸੇ ਨਹੀਂ ਦੇ ਸਕਦਾ। ਫਿਰ ਉਹਨਾਂ ਨੇ ਇੱਕ ਅਸੀਂ ਉਹਨਾਂ ਨੂੰ ਸੁਜੈਸ਼ਨ ਦਿੱਤੀ ਵੀ ਤੁਸੀਂ ਗਵਰਨਮੈਂਟ ਆਫ ਇੰਡੀਆ ਦੇ ਡਿਪਾਰਟਮੈਂਟ ਕਲਚਰ ਡਿਪਾਰਟਮੈਂਟ ਨੂੰ ਤੁਸੀਂ ਇਹ ਜਗ੍ਹਾ ਦੇ ਦਿਓ, ਤਾਂ ਉਹ ਉਹਨਾਂ ਨੂੰ ਉਹੀ ਲੁੱਕ ਆਫਟਰ ਕਰਨ,
सानू तुसी मैंबर रख लो जां तुसी आप ही चलाओ। हुण ये फैसला होया पार्लीमेंट कमेटी च कि जिहड़ा पैसा कल्चर डिपार्टमेंट कलकत्ता पोर्ट ट्रस्ट नूं देगा। कलकत्ता पोर्ट ट्रस्ट गेट भी बनाएगा और जिहड़ा स्थान है जिथे कि मैमोरीअल आ उस ते एक 3 फ्लोर बनेगी। एक फ्लोर ते साडा ट्रस्ट है, ट्रस्ट का मैं चेयरमैन है, सरल साहब जनरल सैकटरी ने उहदे, तो सर तरनजीत सिंह हुणी वाइस चेयरमैन ने, तरनजीत सिंह नरूला। तो वो एक 2 आदमी ट्रस्ट दे रहणगे, साडे 2 आदमी ट्रस्ट दे रहणगे, तो बाकी 2 उन्हां दे कल्चरल डिपार्टमेंट दे, 2 कलकत्ता पोर्ट ट्रस्ट। हुण कलकत्ता पोर्ट ट्रस्ट ने इन्हां ने सैंक्शन हो गई है ऑलरेडी। उन्होंने जिहड़ी कि कामाघाटा मारू नूं मैमोरीअल नूं रोड जांदी आ वो भी कंक्रीट दी बना रहे और उसदा नाम भी चेंज किया जाएगा कामाघाटा मारू। ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਬਾਈ ਕਾਮਾਘਾਟਾ ਮਾਰੂ ਜਹਾਜ਼ ਦੀ ਜੋ ਦਾਸਤਾਨ ਹੈ ਉਹ ਕਿਸ ਤਰ੍ਹਾਂ ਵਾਪਰੀ ਸੀ। ਇਹ ਇਹਨਾਂ ਨੇ ਜਹਾਜ਼ ਜਿਹੜਾ ਨਾ ਕਾਮਾਘਾਟਾ ਮਾਰੂ ਬਾਬਾ ਗੁਰਦਿੱਤ ਸਿੰਘ ਨੇ ਹਾਂਗਕਾਂਗ ਤੋਂ ਪਹਿਲਾਂ ਉਹ ਕਲਕੱਤੇ ਆਏ। ਕਲਕੱਤੇ ਉਹਨਾਂ ਨੇ ਕੋਸ਼ਿਸ਼ ਕੀਤੀ ਜਹਾਜ਼ ਮਿਲ ਜਾਏ ਕੋਈ ਜਿਹੜਾ ਡਾਇਰੈਕਟ। ਇਹ ਗਵਰਨਮੈਂਟ ਆਫ ਕੈਨੇਡਾ ਦਾ ਇੱਕ ਲਾਅ ਸੀ ਕਿ ਤੁਹਾਡੇ ਕੋਲ $200 ਕੈਸ਼ ਹੋਣਾ ਚਾਹੀਦਾ और जिस कंट्री तो तुसी चलो तां तुहानूं जे इंडिया तो हाँ इंडिया दी पोर्ट तो तुहानूं आना पेगा। और क्योंकि ये इत्थे इन्हां नूं कलकत्ते जहाज़ नहीं मिलिया कोई भी, तो इन्हां ने जाके उत्थे अपने हांगकांग ये हायर किया। ये माल ढोण वाला जहाज़ सी, समान सी जांदा इहदे च, जिहड़ा लकड़ी आउंदी सी कैनेडा तो जां कुछ आउंदा सी, उहनूं इन्हां ने कन्वर्ट किया। कन्वर्ट करके अलहदा कैबिन बनाए, गुरु महाराज प्रकाश किया उहदे विच। मुसलमानां नूं और हिंदुआं नूं पूजा करन लई अलहदा कितने हिंदू मुसलमान ते सिख सन उहदे च 350 तो मेरे ख्याल सिख सीगे जी, बाकी 26 मुसलमान और हिंदू सीगे। उत्थों ही सारे चढ़े है जी जिन्ने भी एक्स आर्मी के आदमी सीगे। ये जदों उत्थे पहुंचा इन द मीन टाइम उन्होंने गोरिया ने इन्हां तो जिहड़े अपने कनेडियन दे इमीग्रेशन ऑफिसर सीगे उन्होंने तो इन्हां तो पहले पैसे मंगते सी। वो की उन्हां दा कारोबार बनाया सी कि जिहड़े 2-3 आदमी जांदे सी उन्हां तो पैसे लेंदे उन्हां नूं कढ दिंदे सी। बाकी इन्हां ने देखिया कि हुण ज़्यादा आ, इन्हां नूं कुछ जिहड़े बवर सीगे वो मिलण लई आए जहाज़ ते। ਉਹਦੇ ਨਾਲ ਇਹ ਹੋ ਗਿਆ, ਉਹਨਾਂ ਨੇ ਕਿਹਾ ਇਹ ਸਾਰੇ ਬਬਰ ਜਿਹੜੇ ਆ ਨਾ ਇਹ ਆਪਣੀ ਆਜ਼ਾਦੀ ਦੀ ਲੜਾਈ ਲੜਨ ਲਈ ਸਾਡੇ ਆ ਰਹੇ ਆ ਔਰ ਸਾਡੇ ਇਹਨਾਂ ਨੇ ਜੌਬ ਲੈ ਲੈਣੇ ਆ। ਇਹ ਸਾਰੇ ਕਿਸਾਨ ਸੀਗੇ ਜੀ। ਇਹ ਤਾਂ ਇਹ ਚਾਹੁੰਦੇ ਸੀ ਕਿ ਅਸੀਂ ਇੱਥੇ ਖੇਤੀਬਾੜੀ ਕਰਾਂਗੇ ਔਰ ਉਹਦੇ ਪੈਸੇ ਕਮਾਵਾਂਗੇ, ਪਰ ਉਹਨਾਂ ਨੇ ਇਸ ਚੀਜ਼ ਨੂੰ ਇਹ ਲਿਆ ਕਿ ਇਹ ਪੋਲੀਟੀਕਲ ਚੀਜ਼ ਹੋ ਜਾਏ। ਉਹਨਾਂ 2 ਮਹੀਨੇ ਜਹਾਜ਼ ਖੜਾ ਰਿਹਾ ਭੁੱਖੇ ਪਾਣੇ, बुरी हालत। तुसी ड्रामे सारी चीज़ देखोगे, ट्रू स्टोरी दिखाई कनेडा दी धरती ते खड़ा रहा। हाँ जी, कनेडा ते 25 माइल ते इनू रोकया रहा, बड़े अटैक भी किए पर अपने सिख घबराए नहीं। गुरु महाराज की किरपा नाल इन्हां ने उन्हां दा डट के मुकाबला किया और इन्हां नू लास्ट च उत्थे जिहड़ी शोर कमेटी सी गुरुद्वारा साहब च उसने बड़ी मदद की। उन्होंने 22,000 पाउंड बाबे का जिन्ना जहाज़ का 11,000 पाउंड कराया सी पर मंथ, तो वो उन्होंने पे किया और इन्हों चोरी राशन भी बचाया। फिर इन्होंने गवर्नमेंट को कहा तां असीं वापस जावांगे कि सानू पूरा राशन दिओ, पानी दिओ और उसदे बाद एक एश्योरेंस दिओ कि तुसीं रस्ते सानू अटैक नहीं करोगे। ये ना होवे कि असीं 100 किलोमीटर 200 किलोमीटर जाइए तुसीं आर्मी के जहाज़ भेज के सानू मरवा दो। तो वो ये वापस आ गए, हांगकांग आके लगे। हांगकांग गवर्नमेंट ने कहा कि तुसीं पोर्ट ते नहीं लग सकते, वो भी सी च रहे, समुद्र च खड़े रहे। उतों गवर्नमेंट ने उन्होंने इन्हों देख रहे सी भी कित्थे कित्थे जा रहे हैं। कलकत्ता पोर्ट तो कोई 26-27 किलोमीटर दूर है। उत्थे उन्होंने पहला पुलिस भेजी, पुलिस ने सारी तलाशी लई। वो कहते तुहाडे कोल हथियार आ। वो ये प्रोपोगंडा ये हो गया सी कि वो अपने आज़ादी लैण लई ये उत्तों आर्म्स लैके आ रहे हैं। तो आर्म उन्होंने कोल कुछ नहीं सी। और जदों
ਉਹਦੇ ਬਾਅਦ CID ਨੇ ਫਿਰ ਉਹਨਾਂ ਦੀ ਤਲਾਸ਼ੀ ਲਈ, ਫਿਰ ਜ਼ਬਰਦਸਤੀ ਉਹਨਾਂ ਨੂੰ ਕਲਕੱਤਾ ਪੋਰਟ ਨਾਲ ਲਿਆ ਕੇ ਬਜਬਜ ਘਾਟ ਤੇ ਉਹਨਾਂ ਨੂੰ, ਬਜਬਜ ਕੋ ਪੋਰਟ ਨਹੀਂ ਸੀ, ਬਿਲਕੁਲ ਘਾਟ, ਸਧਾਰਨ ਘਾਟ ਸੀ, ਉੱਥੇ ਫੱਟੇ ਸਿੱਟ ਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ। ਇਹਨਾਂ ਨੂੰ ਕਿਹਾ ਤੁਹਾਡੇ ਲਈ ਟ੍ਰੇਨ ਲੱਗੀ ਆ, ਸਾਰੇ ਟ੍ਰੇਨ 'ਚ ਬੈਠੋ ਤਾਂ ਤੁਹਾਨੂੰ ਪੰਜਾਬ ਅਸੀਂ ਪਹੁੰਚਾਵਾਂਗੇ। ਪਰ ਉਹ ਜਿਸ ਰੇਲਵੇ ਲਾਈਨ ਤੇ ਖੜੀ ਸੀ ਉਹ ਸਿਆਲਦਾ ਸਟੇਸ਼ਨ ਨੂੰ ਜਾਂਦੀ ਸੀ, ਸਿਆਲਦਾ ਤੋਂ ਬੰਗਲਾਦੇਸ਼ ਨੂੰ ਜਾਈਦਾ, ਬੰਗਲਾਦੇਸ਼ ਨੂੰ। ਇਹਨਾਂ ਨੇ ਕਿਹਾ ਵੀ ਸਾਨੂੰ ਬੰਗਲਾਦੇਸ਼ ਇਹਨਾਂ ਨੇ ਜੇਲ੍ਹ 'ਚ ਪਾ ਦੇਣਾ ਤਾਂ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਰਹੇਗਾ, ਅਸੀਂ ਨਹੀਂ ਜਾਣਾ। ਔਰ ਇਹਨਾਂ ਕੋਲ ਬੀੜ ਸੀ, ਬੀੜ ਇਹ ਉਹ ਚਾਹੁੰਦੇ ਸੀ ਕਿ ਬੀੜ ਅਸੀਂ ਹਾਵੜਾ ਗੁਰਦੁਆਰਾ ਸਾਹਿਬ ਇਹਨਾਂ ਨੂੰ ਜਮ੍ਹਾਂ ਕਰਾ ਕੇ ਫਿਰ ਅਸੀਂ ਆਪਣਾ ਜੋ ਵੀ ਹੈ ਜਿੱਧਰ ਵੀ ਜਾਣਾ ਹੋਊਗਾ ਜਾਵਾਂਗੇ। ਪਰ ਉਹ ਨਹੀਂ ਮੰਨੇ। ਸ਼ਾਮ ਨੂੰ ਜਦੋਂ ਰਹਿਸਾ ਰਾਸ ਕਰਨ ਲੱਗ ਪਏ ਉਹਨਾਂ ਨੇ ਕੋਸ਼ਿਸ਼ ਇਹ ਕੀਤੀ ਅਰਦਾਸ ਵੇਲੇ ਬਾਬਾ ਗੁਰਦਿੱਤ ਸਿੰਘ ਨੂੰ ਕਿ ਅਰੈਸਟ ਕਰਨਾ ਅਸੀਂ, ਤਾਂ ਗਿਆ, ਉਸਨੇ ਉਹਨੂੰ ਇੱਕ ਆਦਮੀ ਨੂੰ ਗੋਲੀ ਮਾਰੀ, ਉਹਨਾਂ ਨੇ ਉਹਦਾ ਹੀ ਰਿਵਾਲਵਰ ਪਕੜ ਕੇ ਉਹਨੂੰ ਮਾਰ ਦਿੱਤਾ, ਉਹ ਮਰ ਗਿਆ ਇੱਕ। ਉਹਦੇ ਬਾਅਦ ਇਹਨਾਂ ਨੇ ਅੰਧਾਧੁੰਦ ਗੋਲੀਆਂ, ਕੁਛ ਪੁਲਿਸ ਨੀਚੇ ਖੜੀ ਸੀ, ਕੁਛ ਉਸ ਵੇਲੇ ਫੁੱਟਬ੍ਰਿਜ ਸੀਗਾ ਜੀ ਰੇਲਵੇ ਦਾ, ਉਹ ਫੁੱਟਬ੍ਰਿਜ 'ਤੇ ਇਹਨਾਂ ਨੇ ਉੱਥੋਂ ਮਾਰੇ ਆਦਮੀ। ਆਫੀਸ਼ੀਅਲੀ ਇਨਕੁਆਇਰੀ ਤਾਂ ਉਹ 19 ਜਾਂ 21 ਦੱਸਦੇ ਆ, ਪਰ 60 ਤੋਂ ਉੱਪਰ ਆਦਮੀ ਮਰੇ ਆ, ਕਿਉਂਕਿ ਕੁਛ ਆਦਮੀ ਜਿਹੜੇ ਜਾ ਕੇ ਹਸਪੀਟਲ ਮਰ ਗਏ ਉਹਨਾਂ ਦਾ ਕੋਈ ਰਿਕਾਰਡ ਨਹੀਂ। ਇਹ ਤਾਂ ਜਿਸ ਵੇਲੇ ਬਾਬਾ ਗੁਰਦਿੱਤ ਸਿੰਘ ਨੂੰ ਜ਼ਬਰਦਸਤੀ ਕੁਛ ਸੱਜਣ ਲੈ ਗਏ ਵੀ ਤੁਹਾਡਾ ਹੁਣ ਕੰਮ ਬਹੁਤ ਰਹਿੰਦਾ। ਇਹ ਜਦੋਂ ਇੰਸੀਡੈਂਟ ਤੋਂ ਬਾਅਦ ਲੋਕਾਂ ਦੇ ਹਾਹਾਕਾਰ ਮਚ ਗਈ, ਕੈਨੇਡਾ 'ਚ ਵੀ ਔਰ ਸਾਰੇ ਹਿੰਦੁਸਤਾਨ 'ਚ ਅਖਬਾਰਾਂ ਨੇ ਸਾਰਿਆਂ ਨੇ ਕਿਹਾ ਵੀ ਕਿੰਨੀ ਬ੍ਰਿਟਿਸ਼ ਗਵਰਨਮੈਂਟ ਕਿੰਨੇ ਮਤਲਬ ਤੰਗ ਕਰਦੀ ਹੈ, ਕਿਉਂਕਿ ਸਾਡੀ ਗੁਲਾਮੀ ਵਾਲੇ, ਅਸੀਂ ਗੁਲਾਮ ਹਾਂ, ਸਾਡਾ ਕੋਈ ਹੱਕ ਹੀ ਨਹੀਂ ਹੈ। ਇਹ ਜਿੰਨੇ ਪੈਸੰਜਰ ਆਏ ਸੀ ਇਹ ਸਾਰੇ ਪੈਸੰਜਰ ਸਾਰੇ ਹੀ ਆਪਣੇ ਫਰੀडम ਫਾਈਟਰ ਹੋ ਗਏ। ਇਹਨਾਂ ਨੇ ਫਿਰ ਆਪਣੀ ਲੜਾਈ ਲੜਨੀ ਸ਼ੁਰੂ ਕੀਤੀ। ਉਹ ਕਹਿੰਦੇ ਵੀ ਜਦ ਅਸੀਂ ਅੰਗਰੇਜ਼ ਨੇ ਇਹ ਹਕੂਮਤ ਸਾਨੂੰ ਇਹਨਾਂ ਨੂੰ ਥਰਡ ਸਿਟੀਜ਼ਨ ਦੇ ਕਰਕੇ ਉਹਨਾਂ ਨੂੰ ਮਜਬੂਰ ਕਰਤਾ ਵੀ ਉਹ ਦੇਸ਼ ਦੀ ਆਜ਼ਾਦੀ ਲਈ ਆਪਣਾ ਸੰਗਰਾਮੀਆਂ ਵੱਢਣ। ਉਹਦੇ ਬਾਅਦ ਇਹਨਾਂ ਨੇ ਅਲੀਪੁਰ ਜੇਲ੍ਹ 'ਚ ਉਹਨਾਂ ਨੂੰ ਰੱਖਿਆ, ਡਿਫਰੈਂਟ ਜੇਲ੍ਹਾਂ 'ਚ ਲਹਿਦਾ ਰੱਖੇ। ਤਾਂ ਬਾਅਦ ਵਿੱਚ ਮੈਨੂੰ ਗਵਰਨਮੈਂਟ ਆਫ ਇੰਡੀਆ ਨੇ ਕਿਹਾ ਕਿ ਇੱਕ ਡਕਸ਼ਈ ਜੇਲ੍ਹ ਹੈ ਕਿ ਉਹਦੇ ਵਿੱਚ ਵੀ ਸਾਨੂੰ ਇਨਫੋਰਮੇਸ਼ਨ ਆਈ ਹੈ ਕੈਨੇਡਾ ਤੋਂ, ਉਹਦੇ 'ਚ ਵੀ ਆਦਮੀ ਮਾਰੇ ਗਏ ਆ। ਤਾਂ ਮੈਂ ਡਕਸ਼ਈ ਜੇਲ੍ਹ ਗਿਆ ਤਾਂ ਜਾ ਕੇ ਦੇਖਿਆ, ਉਹ ਤੋਂ ਪਤਾ ਕੀਤਾ। ਉਹ ਕਹਿੰਦੇ ਸਾਨੂੰ ਨਾਂ ਨਹੀਂ ਮਿਲ ਸਕਦੇ, ਨਾ ਤੁਸੀਂ ਉਹ ਆਦਮੀ ਜਿਨ੍ਹਾਂ ਨੇ ਬਣਾਇਆ ਉਹ ਬਾਹਰ ਗਏ ਆ ਅਮਰੀਕਾ ਪ੍ਰਾਈਮ ਮਿਨਿਸਟਰ ਦੇ ਨਾਲ, ਜਦੋਂ ਆ ਜਾਣਗੇ ਮਿਸਟਰ ਆਨੰਦ ਹੈ ਜੀ ਉਹਨਾਂ ਨੇ ਮੈਮੋਰੀਅਲ ਬਣਾਇਆ। ਉਸ ਮੈਮੋਰੀਅਲ 'ਚ ਤੁਸੀਂ ਦਰਜੀ ਸਾਹਿਬ ਦੇਖੋ ਕਿ ਇੱਦਾਂ ਦਾ ਮਤਲਬ ਜੇਲ੍ਹ ਜਿਹੜੀ ਇੱਦਾਂ ਦੀ ਬਣਾਈ ਆ, ਉਹ ਆਦਮੀ ਖੜਾ ਰਹਿ ਸਕਦਾ, ਨਾ ਉਹ ਬੈਠ ਸਕਦਾ ਨਾ ਲੇਟ ਸਕਦਾ। ਇੰਨਾ ਤਸ਼ੱਦਦ ਹੋਇਆ ਉਹਨਾਂ ਹਾਂ, ਇੰਨਾ ਤਸ਼ੱਦਦ ਕੀਤਾ। ਫਿਰ ਉਹਨਾਂ ਨੇ ਇੱਕ ਸਲੋਟਰਿੰਗ ਹਾਊਸ ਰੱਖਿਆ ਸੀ, ਉਹ ਫਾਂਸੀ ਨਹੀਂ ਦਿੰਦੇ ਸੀ, ਉਹ ਆਦਮੀ ਨੂੰ ਕੱਟ ਕੇ ਮਾਰ ਦਿੰਦੇ ਸੀ। ਮਤਲਬ ਇੰਨੀ ਜ਼ੁਲਮ ਇਸ ਸਿੱਖ ਕੌਮ ਤੇ ਹੋਇਆ ਕਿ ਇੰਤਹਾ ਆ ਇਹਦੀ, ਕਿ ਜਿਸ ਤਰ੍ਹਾਂ ਪਹਿਲੇ ਮੁਗਲਾਂ ਵੇਲੇ ਹੋਇਆ ਉਸੇ ਤਰ੍ਹਾਂ ਇਹ ਚੀਜ਼ ਰਿਪੀਟ ਕੀਤੀ ਗਈ ਹੈ। ਤਾਂ ਉਹ ਪਰ ਕੋਈ ਵੀ ਡੋਲਿਆ ਨਹੀਂ, ਕੋਈ ਕਿਸੇ ਨੇ ਮਾਫੀ ਨਹੀਂ ਮੰਗੀ, ਕੁਛ ਨਹੀਂ ਮੰਗਿਆ ਔਰ ਕਾਇਮ ਰਹੇ ਉਸ ਚੀਜ਼ ਤੇ। ਬੜੀ ਇਤਿਹਾਸਕ ਦਾਸਤਾਨ ਤੁਸੀਂ ਸੁਣਾਈ ਹੈ ਸਾਡੇ ਦਰਸ਼ਕਾਂ ਨੂੰ, ਔਰ ਮੇਰਾ ਇਹ ਵਿਸ਼ਵਾਸ ਹੈ ਕਿ ਜਿਹੜੇ ਦਰਸ਼ਕ ਦੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਦੇ ਮਨ ਦੇ ਵਿੱਚ ਜ਼ਰੂਰ ਇੱਛਾ ਪੈਦਾ ਹੋਈ ਹੋਏਗੀ ਕਿ ਕਾਮਾ ਘਾਟਾ ਮਾਰੂ ਦਾ ਜੋ ਪਲੇ ਇਹਨਾਂ ਨੇ ਤਿਆਰ ਕਰਵਾਇਆ ਹੈ ਉਹ ਦੇਖਣ। ਅਸੀਂ ਬਹੁਤ ਜਲਦੀ ਆਪਣੇ ਦਰਸ਼ਕਾਂ ਨੂੰ ਇਹ ਕਾਮਾ ਘਾਟਾ ਮਾਰੂ ਦੀ ਪੂਰੀ ਦਾਸਤਾਨ ਇੱਕ ਪ੍ਰਵੇਸ਼ ਦੇ ਰੂਪ ਵਿੱਚ, ਨਾਟਕ ਦੇ ਰੂਪ ਵਿੱਚ ਅਸੀਂ ਆਪਣੇ TV ਦੇ ਉੱਤੇ ਦਿਖਾ ਰਹੇ ਹਾਂ। ਉਸ ਦਾ ਸਮਾਂ ਔਰ ਡੇਟ ਅਸੀਂ ਅਨਾਉਂਸ ਕਰ ਦਿਆਂਗੇ, ਸਾਡੇ ਦਰਸ਼ਕਾਂ ਨੂੰ ਇਹਦੀ ਪੂਰੀ ਸੂਚਨਾ ਮਿਲੇਗੀ ਔਰ ਸਾਰੇ ਹੀ ਦੇਖ ਕੇ ਉਸ ਤੋਂ ਪ੍ਰੇਰਨਾ ਲੈਣਗੇ, ਮੇਰਾ ਇਹ ਵਿਸ਼ਵਾਸ ਹੈ। ਮੈਂ ਜੋਲ ਸਾਹਿਬ ਨੂੰ, ਬਚਨ ਸਿੰਘ ਸਰ ਜੀ ਨੂੰ ਹਾਰਦਿਕ ਜੀਵਾਂ ਕਹਿੰਦਾ, ਸਾਡੇ ਸਟੂਡੀਓ 'ਚ ਆਏ ਹਨ ਅਤੇ ਇਹਨਾਂ ਨੇ ਜੋ ਸੇਵਾਵਾਂ ਉੱਥੇ ਰੰਭੀਆਂ ਹੋਈਆਂ ਹਨ ਉਹਨਾਂ 'ਚ ਇਹਨਾਂ ਨੂੰ ਕਾਮਯਾਬੀ ਮਿਲ ਰਹੀ ਹੈ ਔਰ ਸਾਰਾ ਦੇਸ਼ ਇਹਨਾਂ ਦਾ ਧੰਨਵਾਦੀ ਹੈ ਕਿ ਉਹਨਾਂ ਨੇ ਹਿੰਦੁਸਤਾਨ ਦੀ ਆਜ਼ਾਦੀ ਲਈ ਜੋ ਪਰਵਾਨੇ ਕਾਮਾ ਘਾਟਾ ਮਾਰੂ ਦੇ ਇਤਿਹਾਸਕ ਘਟਨਾ ਨਾਲ ਜੁੜੇ ਹੋਏ ਹਨ ਉਹਨਾਂ ਦੀ ਦਾਸਤਾਨ ਨੂੰ ਉਜਾਗਰ ਕਰਕੇ ਦੁਬਾਰਾ ਸੁਰਜੀਤ ਕੀਤਾ। ਬਹੁਤ ਬਹੁਤ ਧੰਨਵਾਦ ਜੋਲ ਸਾਹਿਬ। ਬੜੀ ਤੁਹਾਡਾ ਚੜ੍ਹਦੀ ਕਲਾ ਦਾ ਦਰਦੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਇਹ ਤੁਸੀਂ
ਦੇ ਜਿਹੜੇ ਸ਼ਹੀਦ ਹੋਏ ਆ ਔਰ ਜਿਹੜੇ ਫਰੀडम ਫਾਈਟਰ ਜਿਹੜੇ ਰਹੇ ਆ ਉਹਨਾਂ ਨੂੰ ਤੁਸੀਂ ਆਪਾਂ ਰਿਵਾਈਵ ਕਰ ਰਹੇ ਦੁਬਾਰਾ ਸਾਰਿਆਂ ਨੂੰ ਯਾਦ ਕਰ ਰਹੇ ਆ ਬਹੁਤ ਵੱਡੀ ਚੀਜ਼ ਆ ਇਹ ਵਿਰਸਾ ਹੈ ਜੀ ਵਿਰਸੇ ਨੂੰ ਤੁਸੀਂ ਸੰਭਾਲਿਆ ਤੁਸੀਂ ਕਮਾਲ ਦਾ ਕੰਮ ਕੀਤਾ ਹੈ ਜਿਹੜਾ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਅਸੀਂ ਇੱਕ ਹੋਰ ਕਰਾਂਗੇ ਉੱਥੇ ਡਿਜੀਟਲ ਕਰਾਂਗੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਬਣਾਵਾਂਗੇ ਜਦੋਂ ਕੰਪਲੀਟ ਹੋ ਜਾਏਗਾ ਉਹ ਇੱਕ ਕਲਕੱਤੇ ਦਾ ਡੈਸਟੀਨੇਸ਼ਨ ਹੋਏਗਾ ਜਿੱਥੇ ਹਰ ਇੱਕ ਟੂਰਿਸਟ ਜਾਣਾ ਚਾਹੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਬਣਾਵਾਂਗੇ ਹਾਂਜੀ ਇਹ ਵੀ ਤੁਹਾਡੀ ਬਹੁਤ ਵੱਡੀ ਦੇਣ ਹੋਏਗੀ ਨਹੀਂ ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਆ ਬਸ ਅਸੀਂ ਤਾਂ ਬਾੜੀ ਨਾਲ ਜੁੜੇ ਆ ਗੁਰੂ ਮਹਾਰਾਜ ਦੇ ਅਰਦਾਸ ਕਰਕੇ ਚੱਲੇ ਆ ਉਹ ਕੋਈ ਪੂਰੀ ਕਰੇਗਾ ਇਹ ਤਾਂ ਆਉਣ ਵਾਲੀਆਂ ਸਦੀਆਂ ਤੱਕ ਲੋਕੀ ਯਾਦ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ